घराने का बच्चा सी। देखो ना ओरिजिनल पेंटिंग है, तस्वीर है, वेरी ब्यूटीफुल यंग मैन, क्लीन शेव। और यार कमाल है ਉਹਦੀ। दूजा एक शेर सुनो, छेती छेती करी मैं ते जाना बड़ी दूर नहीं, जिथे मेरे हानियां दा टुर गया पूर नहीं, जिथे मेरे हानियां दा टुर गया पूर नहीं, उस पिंड दा सुनीद राह माड़ा, सुनींदा राह माड़ा, उस पिंड दा सुनींदा राह माड़ा नी, पेड़ा दा आगा परागा पुनदे, हाँ नी पीड़ा दा परागा पुनदे ਪੱਠੀ ਵਾਲੀਏ। ਕੀ ਬਾਤ ਹੈ। ਇਹਦੇ ਵਿੱਚੋਂ ਤੁਸੀਂ ਪਸੰਦ ਦੀ ਕੋ ਆਪਣੀ ਇੱਕ ਜਾਂ ਦੋ ਉਹ ਕੱਢ ਦੇਣਗੇ। ਹਾਂ ਉਹ ਵਿੱਚੋਂ ਕੱਢ ਲੈ। ਦੇਖੋ ਜੀ, ਪੀੜਾਂ ਦਾ ਪਰਾਗਾ, ਪੀੜਾਂ ਦਾ ਪਰਾਗਾ। ਆਹ ਬਾਤ ਹੈ ਉਹਦੀ ਤਸ਼ਵੀਰ। ਇੱਕ ਦਰਿਆ मुझे खिदमत में लगे रहना है, मैं हूँ एक दरिया मुझे खिदमत में लगे रहना है, अगर सूख भी जाऊं तो बादल दूंगा, तो बादल दूंगा, अगर सूख भी जाऊं तो बादल दूंगा। ये पता नहीं जी किस उस्ताद दा शेर है। मैं जिहड़ी किताब लिखा पढ़ा तो ਉਹਦੇ ਚ ना कोई अच्छा शेर ਜਿਹੜਾ ना पहले सफ़े ते लिख लेना। ਇਹਦੇ ਲੱਭ ਲਾਂਗੇ ਇਹਦੇ ਚ ਤੁਸੀਂ ਇਹ ਹੈ ਨਾ, ਤੁਸੀਂ ਆਪਣਾ ਕੋਈ ਜ਼ੌਕ ਸ਼ੌਕ ਦੱਸੋ ਤੇ ਮੁਸ਼ਤਾਕ ਸਾਹਿਬ ਦੱਸਣ, ਫਿਰ ਉਹੀ ਹੈ। ਬਸ ਜੀ ਅਸੀਂ ਤੇ ਕੋਈ ਵੀ ਜਿਹੜੀ ਤੁਹਾਨੂੰ ਪਸੰਦ ਹੈ ਸ਼ਾਇਰੀ ਦੇ ਜਾਂ ਬਸ ਸੁਣਨੇ ਦੇ ਸੁਣੀ ਦੀ। ਬਿਲਕੁਲ। ਮੈਨੂੰ ਲੋਕੀ ਕਹਿੰਦੇ ਨੇ ਕਦੀ ਸ਼ੇਰ ਹੀ ਕਹਿ ਲਾ, ਮੈਂ ਕਿ ਜਿਸ ਇਸ ਸਮੁੰਦਰ ਵਿੱਚ ਮੈਂ ਵੜਨਾ ਨਹੀਂ ਚਾਹੁੰਦਾ, ਬਿਲਕੁਲ ਸਹੀ ਗੱਲ। ਬੜਾ ਡੂੰਘਾ ਸਮੁੰਦਰ ਹੈ। ਤੇ ਮੈਨੂੰ ਤਾਂ ਇਹਦੀ ਉਹੀ ਪਸੰਦ ਆ ਜੀ, ਉਹ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ। ਜ਼ਰੂਰ ਉਹ ਤੁਸੀਂ ਕੱਢੋ। ਉਹੀ ਕੱਢਦੇ ਆ। ਹੈ ਤੇ ਕਈ ਉਹਦੇ ਬੇਪਨਾਹ ਜੀ, ਉਹ ਤੇ ਕਮਾਲ ਹੈ, ਉਹ ਪੂਰਾ ਦੀਵਾਨ। ਇਹਦੇ ਨਾਲ ਮਹਿਫਿਲ ਕੀਤੀ ਹੈ ਮੈਂ ਅੱਛਾ ਇਸ ਤਰ੍ਹਾਂ ਸਕਾਟਲੈਂਡ 'ਚ। ਹਾਂ ਜਦੋਂ ਪੰਜਾਬੀ ਮੁਸ਼ਾਇਰਾ ਕਰਾਇਆ ਨਾ ਵੱਡਾ ਇੱਕ, ਉਹਦੇ 'ਚ ਕਿਹੜੇ ਸਾਲ ਵਿੱਚ? ਇਹ 1973 ਚ ਫੌਤ ਹੋ ਗਿਆ। ਸੋ ਨਹੀਂ ਇਹ ਜਿਹੜਾ ਨਾ ਬਿਲਕੁਲ ਇਹ ਤਾਂ ਉਤਰਿਆ ਗਿਆ। ਇਹ ਆਏ ਸੀ ਸਨ 63 ਅੱਛਾ ਉਦੋਂ 62 ਚ ਜਾਂ 60 ਤੋਂ ਵੀ ਪਹਿਲੇ। ਉਦੋਂ ਇਤਫਾਕ ਨਾਲ ਮੈਂ ਇੱਥੇ ਸੀ, ਸਕਾਟਲੈਂਡ ਗਿਆ ਹੋਇਆ ਸੀ, ਤੇ ਇੱਕ ਸਾਡਾ ਦੋਸਤ ਸੀ ਸਕਾਟਲੈਂਡ ਦਾ, ਉਹਦੇ ਘਰ ਠਹਿਰਿਆ ਹੋਇਆ ਸੀ। ਉਹ ਡਰਾਮੇ ਉਹਨੇ ਸਕੱਚ ਕੁੜੀਆਂ ਨੂੰ ਪੰਜਾਬੀ ਜ਼ਬਾਨ ਸਿਖਾਈ, ਆਪਣੇ ਸਾਰੇ ਜਿਹੜੇ ਇੰਸਟਰੂਮੈਂਟ ਆ ਡਰਾਮੇ ਦੇ ਸਾਜ਼ ਉਹ ਸਿਖਾਏ, ਤੇ ਹਿੰਦੁਸਤਾਨ ਪਾਕਿਸਤਾਨ ਦਾ ਟੂਰ ਕਰਦਾ ਸੀ। ਤੇ ਮਿਰਜ਼ਾ ਇਬਰਾਹੀਮ ਦਾ ਉਹ ਬ੍ਰਾਂਚ ਸੈਕਟਰੀ ਸੀ ਰੇਲਵੇ ਯੂਨੀਅਨ ਚ ਪ੍ਰੀ ਪਾਰਟੀਸ਼ਨ। ਸੋਹਣ ਸਿੰਘ ਨਾਂ ਸੀ ਇਹਦਾ। ਅੱਛਾ 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 ਠੀਕ ਹੈ। ਉਹਦੇ ਕੋਲੇ ਇਹ ਆਇਆ ਸੀ। ਅੱਛਾ 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 ਬੜੇ ਸਾਲਾਂ ਦੀ ਗੱਲ ਆ, 60 ਤੋਂ ਪਹਿਲੋਂ। ਹਾਂ 60 ਤੋਂ ਪਹਿਲੇ ਦੀ ਇਹ ਨਹੀਂ ਨਹੀਂ ਉਹ ਤੁਸੀਂ 62 ਚ ਆਏ ਹੋ। ਹਾਂ 61 ਚ ਆਇਆ ਮੈਂ, 61 ਚ। ਹਾਂਜੀ ਹਾਂ ਤੇ 62 ਦੀ ਇਹ 62 ਦੀ ਇੱਕ ਦੀ ਬਿਲਕੁਲ 66 ਤੱਕ ਤੁਸੀਂ ਜਦੋਂ ਰਹੇ ਹੋ ਉਸੇ ਦੌਰ। ਹਾਂ ਹਾਂ ਬਸ ਉਸੇ ਦੌਰ ਸੋਹਣ ਸਿੰਘ ਨਾਲ ਜਾਂਦਾ ਸੀਗਾ। ਉਹਦੇ ਕੋਲੇ ਆਇਆ ਸੀ ਤੇ ਉਦੋਂ ਇੱਕ ਸ਼ਾਮ ਇਹ ਪੀਂਦਾ ਬਹੁਤ ਸ਼ੌਕੀਨ ਸੀ, ਰਸੀਆ ਸੀ ਤੇ ਬਹੁਤ ਅੱਛਾ ਸੀ। ਤੇ ਸੋਹਣ ਸਿੰਘ ਮੀਸ਼ਾ ਸੀ ਇੱਕ, ਉਹ ਵੀ ਪੰਜਾਬੀ ਦਾ ਅੱਛਾ ਸ਼ਾਇਰ ਸੀ। ਉਹ ਕਮਿਊਨਿਸਟ ਪਾਰਟੀ ਦਾ ਸੀ, CPI ਦਾ। ਅੱਛਾ ਅੱਛਾ ਉਹ ਵੀ ਪੰਜਾਬੀ ਕੁਝ ਕਹਿ ਲੈਂਦਾ ਸੀ। ਉਹਨੂੰ ਪੁੱਛਿਆ ਨਾ ਮੀਸ਼ੇ ਨੂੰ, ਮੈਂ ਵੀ ਉਹਦੀ ਦਾਵਤ ਕੀਤੀ, ਮੈਨੂੰ ਉਹ ਜਾਣਦਾ ਸੀ, ਨਾਂ ਸੁਣਿਆ ਹੋਇਆ ਸੀ। ਉਹ ਲੈ ਗਏ ਦੋਸਤ ਉਹਦੇ ਪਿੰਡ ਵਾਲੇ, ਕਹਿਣ ਯਾਰ ਨਹੀਂ ਮੈਂ ਰਸ਼ੀਦ ਸਰਾਭੇ ਦੇ ਨਾਲ ਅੱਜ ਜਾਣਾ। ਉਹ ਕਹਿੰਦੇ ਅਸੀਂ ਇੰਨੇ ਪਿੰਡ ਦੇ ਆਏ ਬੈਠੇ ਹਾਂ। ਉਹ ਇਹ ਕਹਿੰਦੇ ਤੁਸੀਂ ਤੇ ਇੱਕ ਪਿੰਡ ਦੇ, ਮੇਰੇ 2 ਪਿੰਡਾਂ ਦੇ ਆਏ ਬੈਠੇ ਹੋ। ਇਹ ਪੰਜਾਬ ਦੇ ਪਾਕਿਸਤਾਨ ਜਿਹੜਾ ਉਧਰ ਰਹਿ ਗਿਆ, ਉਹਦੇ ਸਾਰੇ ਪਿੰਡਾਂ ਦਾ ਨੁਮਾਇੰਦਾ ਆਇਆ ਬੈਠਾ।
ਦੱਸੋ ਹੁਣ ਤੁਸੀਂ ਫੈਸਲਾ ਕਰੋ ਕਿ ਅੱਜ ਰਾਤ ਕਿਹਦੇ ਕੋਲੇ ਜਾਣਾ। ਇਹਨੇ ਮੈਨੂੰ ਪਹਿਲਾਂ ਸੱਦਿਆ। ਖੈਰ ਹੋ ਗਏ ਅਸੀਂ ਉਦੋਂ, ਮੈਂ ਪਿੰਡ ਦੇ ਮੁੰਡੇ ਜਿਹੜੇ ਸੀ ਇਕੱਠੇ ਕਰਕੇ ਉੱਥੇ ਉਸ ਦੀ ਗੱਲ ਹੋਈ ਤੇ ਇੱਕ ਬਾਬਾ ਬੈਠਾ, ਉਹ ਕਹਿੰਦਾ ਮੁੰਡਿਆ ਮੀਸ਼ਾ, ਉਹ ਦੇਸ਼ ਦੇ ਕੀ ਹਾਲ ਆ। ਕਹਿੰਦਾ ਚਾਚਾ ਜਾਂ ਬਜ਼ੁਰਗ ਕੋਈ ਨਾਂ ਲਿਆ, ਚੰਗੇ ਨਹੀਂ ਆਸਾਰ ਵਤਨ ਦੇ। ਚੰਗੇ ਨਹੀਂ ਆਸਾਰ ਵਤਨ ਦੇ, ਕਹਿੰਦਾ ਚੰਗੇ ਨਹੀਂ ਆਸਾਰ ਵਤਨ ਦੇ, ਚੋਰ ਨੇ ਚੌਕੀਦਾਰ ਵਤਨ ਦੇ। ਗੱਲ ਮੁਕਾਤੀ ਵਾਹ ਉਸਨੇ। ਵਾਹ ਵਾਹ। ਚੋਰ ਨੇ ਚੌਕੀ, ਸੋਹਣ ਸਿੰਘ ਮੀਸ਼ਾ, ਉਹ ਵੀ ਡੁੱਬ ਕੇ ਮਰ ਗਿਆ ਸੀ। ਅੱਛਾ, ਸੋਹਣ ਸਿੰਘ ਵੀ। ਸੋਹਣ ਸਿੰਘ ਮੀਸ਼ਾ ਇਹਦਾ ਨਾਂ ਸੀ। ਜਲੰਧਰ ਆਪਣੇ ਰੇਡੀਓ ਤੋਂ ਪੰਜਾਬੀ ਔਰ ਅੰਗਰੇਜ਼ੀ ਦਾ ਲੈਕਚਰਾਰ ਸੀ ਤੇ ਪੰਜਾਬੀ ਦਾ ਉਹ ਪ੍ਰੋਗਰਾਮ ਕਰਦਾ ਸੀ ਜਲੰਧਰ ਦਿੱਲੀ ਤੋਂ। ਅੱਛਾ ਅੱਛਾ। ਤੇ ਬਹੁਤ ਹੀ ਬਸ ਉਹ ਵੀ ਨਾ ਉਹ ਛੇਤੀ ਮਰ ਗਿਆ ਉਹ ਵੀ। ਹੁਣ ਉਹੀ ਕੱਢੀਏ ਜੀ ਫਿਰ। ਜੀ ਬਿਲਕੁਲ ਉਹੀ ਜੀ। ਅੱਛਾ ਇਹ ਹੁਣ ਨਿਕਲਣੀ ਤਾਂ ਚਾਹੀਦੀ ਆ। ਪੁੱਛਦੇ ਹੋ ਹਾਲ ਫਕੀਰਾਂ ਦਾ, ਜੇ ਉਦੋਂ ਤੋਂ ਹੀ ਤੁਸੀਂ ਫਿਰ ਹੋਰ ਕੋਈ ਗੱਲ ਕਰੀ ਚਲੋ ਜਦ ਤੱਕ ਮੈਂ ਲੱਭ ਲਾਂ। ਮੇਰਾ ਨਾਂ ਜਾਂ ਉਹਨਾਂ ਨੇ ਬੰਦ ਹੋ ਗਿਆ ਉਹ। ਨਹੀਂ ਚੱਲ ਰਿਹਾ, ਰਿਕਾਰਡਿੰਗ ਹੋ ਰਹੀ ਮੈਂ ਅੱਛਾ ਅੱਛਾ ਅੱਛਾ। ਮੁਸਲਸਲ ਕਰ ਰਿਹਾ। ਹਾਂ ਨਹੀਂ, ਉਹਨੂੰ ਰੋਕ ਦਿਓ ਜਰਾ 2 ਮਿੰਟ ਵਾਸਤੇ ਢੂੰਡ ਲੈਣ, ਮੈਂ ਉਹ ਲੱਭ ਫਿਰ ਲਈ ਅਸੀਂ ਤੁਹਾਨੂੰ ਜੀ। ਦੱਸਣੇ। ਵਾਹ ਜੀ ਵਾਹ ਸਰਾਭਾ ਸਾਹਿਬ, ਅੱਜ ਤੇ ਮਜ਼ਾ ਹੀ ਆ ਗਿਆ। ਦੇਖੋ ਤੁਸੀਂ ਉਹਨਾਂ ਲੱਕੀ ਬੰਦਿਆਂ ਚੋਂ ਜਿਹੜੇ ਸਾਡੀ, ਅਸੀਂ ਸ਼ਿਵ ਕੁਮਾਰ ਦਾ ਨਾਂ ਸੁਣਦੇ ਆ, ਤੁਸੀਂ ਸੁਣਦੇ ਅਸੀਂ ਆ ਕਿ ਤੁਸੀਂ ਉਹਨਾਂ ਨੂੰ ਲਾਗਤ ਮਿਲੇ ਬੀਅਰ ਪੀਤੀ ਉਹਦੇ ਨਾਲ ਬਹਿ ਕੇ। ਮੈਂ ਉਹ ਦੱਸਿਆ ਨਾ ਕਿ ਉਹ ਕਿਸ ਵਜ੍ਹਾ ਨਾਲ ਨਾ ਰੇਲਵੇ ਦਾ ਸੈਕਟਰੀ ਸੀ। ਹਾਂ। ਮੈਂ ਅੱਛਾ ਅੱਛਾ ਅੱਛਾ। ਪਾਰਟੀ ਅਬੁਲ ਕਲਾਮ ਨਹੀਂ ਪੁਰਾਣੀ ਗੱਲ ਕਰ ਰਹੇ ਉਹ ਹੋ। ਸਿੱਖ ਜਿਹੜਾ ਇਹ ਜਿਹੜਾ ਮਿਰਜ਼ਾ ਇਬਰਾਹੀਮ ਦਾ ਸਮਝ ਲਓ ਕੁਲੀਗ ਸੀ, ਜਿਨ੍ਹਾਂ ਨੇ ਇਕੱਠੇ ਰੇਲਵੇ 'ਚ ਨਾਰਥ ਵੈਸਟਰਨ ਰੇਲਵੇ ਤੇ ਇਹਨਾਂ ਨੇ ਕਰਾਈ ਸੀ। ਉਹ ਲੰਬੀ ਗੱਲ ਹੋ ਜਾਏਗੀ, ਉਹ ਆਪਾਂ ਨਹੀਂ ਕਰਦੇ ਕਿ ਉਹਦੇ। वेलकम बैक जी। सराबा साहब, आप बता रहे थे कि आपने जो माइनर्स की 84 में स्ट्रगल शुरू हुई और 85 में ख़त्म हुई, आर्थर स्कारगिल वाली, उसमें भी आपने बहुत कंट्रीब्यूट किया। ज़ाहिर है आपके अलावा कम्युनिस्ट पार्टी और सोशलिस्ट पार्टी और प्रोग्रेसिव लोगों सब ने सपोर्ट किया था, मैं भी उसका सपोर्टर था, यहीं पे था। तो उसमें कैसे आप क्या करते रहे और कैसे? वो माइनर की जब तहरीक चली जी, मैंने कुछ दिन यॉर्कशायर में कोयले की कान में काम किया था, चंद महीने। चूँकि स्कारगिल और दूसरे सोशलिस्ट लोगों का नाम सुना था और ट्रेड यूनियन के हवाले से मैं समझता था कि इस वक्त मेरा ये कंट्रीब्यूशन करना मेरा फ़र्ज़ बनता है कि इस तहरीक का साथ देना। तो मैं वाशिंगटन, बेडलिंगटन, न्यू बिगन बाई द सी वहाँ था, छोटी छोटी दुकानें थी। और जैसे मैंने बताया कि उस एरिए का जो लेबर पार्टी का एमपी हुआ वो भी इंजीनियर था उस वक्त वाशिंगटन कॉलोनी में। ठीक। तो जितने लोग थे पाकिस्तानी, इंडियन, ज़ाहिर है कि मैं तो उन्हीं से रब्ता कर सकता था। न्यू कैसल, बेडलिंगटन और छोटे छोटे कस्बों में तो अपनी वैन पे जाता था और सामान लेके उनका जो वाशिंगटन में मरकज़ी दफ्तर था वहाँ पहुँचा देता था। कभी कैश भी मिल जाता था तो कैश भी दे देते थे। और आर्थर स्कारगिल आए, 2 दफ़ा उन्होंने एड्रेस किया, तो उस मीटिंग में, उस जलसे में मैं भी था। लोकल लोग थे उससे, क्योंकि माइनर्स जो थे वो यॉर्कशायर में, लंकाशायर में, वेल्स में और स्कॉटलैंड में, ये नॉर्थ ईस्ट में, इनके रोज़गार का बड़ा ज़रिया ये इंडस्ट्री थी, माइनिंग इंडस्ट्री। उसको तबाह करना, उसको ख़त्म करना, ये एनर्जीज़ जो हैं गैस की और मोनोपोली, इलेक्ट्रिक की, कोयले की, आपस में ये जो इजारादार सरमायादार था ना, मेरे ख़्याल में उनकी ये तहरीक थी कि यूनियन को ख़त्म करो, यूनियन को तोड़ो और ये मुकाम एक पैदा करो, जगह पैदा करो बिजली और गैस की मोनोपोली के लिए।
तो ये क़यादत जो थी लशारी साहब वो अच्छी तरह समझती थी। उन्होंने बड़ी जुर्रत से, बहादुरी से और इस्तक़लाल से इसको जारी रखा। लेकिन इसी तरीके से पूरी जो साम्राज्यी ममालिक हैं, सरमायादारी निज़ाम की हुकूमतें जो थी उसको ख़त्म करने के लिए भी बैनुल-अक़वामी तौर पे इकट्ठे हो उन्होंने इस हुकूमत का उस वक्त मार्गरेट की थैचर की मार्गरेट हुकूमत। थैचर का साथ दिया, है ना। इस वक्त भी ये मॉर्निंग स्टार पे जब आती है कि द लेडी हु डिस्ट्रॉयड द माइनिंग इंडस्ट्री, हाँ नहीं, वो मैंने किताब भी अभी पढ़ी है, लेटेस्ट। आप भी गए थे उसकी लॉन्च में, जब हमने इस जुलाई में वो की थी, जो गार्डियन का रिपोर्टर है शॉन, उसने किया है कि एनिमी विदन कि MI5 और इंटेलिजेंस एजेंसीज ने किस तरह माइनर की स्ट्राइक को, और उसमें हमारा एक कश्मीरी लीडर भी इन्वॉल्व था, अल्ताफ अब्बासी जिसका नाम है, जिसने लीबिया के पैसे लेके खुद भी बेशक खा उसकी गया। तरफ भी मैं, जी हाँ, उसकी तरफ भी आता हूँ। मैं मुख्तसर ये बात करता हूँ। तो मैंने ये कंपेन ली और उसमें हिस्सा डाला, और उस हिस्से में मेरी दुकान को आग लगा दी गई, वैन जो है वो समुंदर में फेंक दी, कुछ इंश्योरेंस थी मिल गई ना मिली। लेकिन जो है ना, किसी काज के लिए कुर्बानी देनी, माली तौर पे या जिस्मानी तौर पे उस नुकसान उठाना, ये तो नुकसान का लफ्ज़ नहीं, अच्छा कोई और होनी चाहिए कि उससे जो है कैफ और लुत्फ़ और कमिटमेंट बढ़ती है, कम नहीं होती। तहरीकें कामयाब हों या नाकाम हों, लेकिन तहरीकें अपना असर आखिर में फलाह व बहबूद के लिए छोड़ती हैं, एक नया रास्ता बताती हैं, नया रास्ता। तो ये माइनिंग हड़ताल में ये तो ज़ाती तौर की बात थी। दूजा, अल्ताफ़ हुसैन अब्बासी को मैं डंकास्टर से जानता हूँ, वहाँ उसके रिश्तेदार थे, वहीं ये उसका बहनोई वहाँ देर रहता में था। बहनोई था और वहीं मुलाजमत करता था। फिर नटंग में चले गए। जब मैंने वो पूरी तहरीक पढ़ी, इसका नाम आया, तो फिर ज़रा सोचा और लोगों से भी पता कराया और मिले भी। फिर हबीब जालिब साहब एक दफ़ा आए तो सलीम साहब के यहाँ रहे डंकास्टर में। सलीम साहब फैसलाबाद में थे, उनका इंतकाल हो चुका है। उनके वो ज़ाती जानने वाले थे, दोस्त थे, जो बैरिस्टर लंदन में रह रहे हैं, जहाँ जालिब साहब पहले आए थे, वहाँ से फिर जल्दी इधर आ गए। फिर मेरे यहाँ भी सिबवत कादरी। सिबवत कादरी, फिर जालिब साहब मेरे यहाँ भी रहे। तो यहाँ ये मैं अकेला था, एक दो और थे तो लुत्फ़ नहीं आता। कहने लगे यार चलो कहीं और। सलीम एक दोस्त है, वो इत्फाक से मेरा बहुत करीबी दोस्त था, अच्छा, डंकास्टर में। डंकास्ट वाला। तो मैंने कहा वहाँ चले। कहने लगा मैंने कि दुकान किसी और के हवाले की, मेरे बच्चे थे, वहाँ चले गए। हम हफ्ता रहे वहाँ। और फिर अब्बासी आया और 50 पाउंड दे के चला गया। और जैसे वो मुशायरा या महफिल या आओ भगत या मिलने के, जालिब साहब ने कहा इसने ऐसे किया है, ये दे दो इसको वापस। वो वाक़या भी मेरे जहन में था। फिर जब ये चला, ये लीबिया का ये मसला, और ये वो ख़ुद उसने तस्लीम भी किया, तो अपना अपना किरदार है। तो फिर नोटिंगम में चंचल सिंह बाबक शायर भी थे, और और CPI के मेंबर थे। यहाँ बाएं बाजू की तहरीक में अच्छा है, उनको मिले, किताब आई, तो फिर मैं भी वहाँ मौजूद था। मैं ये कहता वो कि उसने फ़ोन किया कि अब्बासी साहब, रशीद सराबा भी आए हुए हैं, आज वो अपनी पंजाबी नज़म भी सुनाएंगे, डिस्कस भी हैं, आपके पुराने दोस्त हैं, आओ। नहीं आए, क्योंकि उससे पहले मैं अपने तसरात रावी में या किसी अखबार में दे चुका था। लेकिन वो इसकी निशानदही कर चुका था कि इसने एक यूनियन को ख़त्म करके इसने ज़िंदगी ही में जहन्नम ख़रीद ली है, अज़ाब ले लिया है। तो इस किस्म की वो तहरीक चली। लेकिन ये है कि अब जैसे हैं, आप आते हैं माइनर्स गाला डे पे तो खराज अकीदत पेश करते हैं, और आपके आने से मैं भी उस साल तो ज़रूर जाता हूँ। जब पहले था तो पहले नागा था, मुतवातर नहीं जा सका था।
तो ये एक उसमें उसकी नाकामी की एक वजह भी है कि एज ए ट्रेड यूनियन जितनी भी दूसरी यूनियन थी उन्होंने या तो माइनर्स ने उनको पहले डिस्कस नहीं किया या यानी साथ पूरी यूनियंस ने तहरीक नहीं चलाई बिल्कुल ते एक TUC सेक्शन ने साथ नहीं दिया था, लेबर पार्टी ने साथ नहीं दिया। लेबर पार्टी जो है वो यहाँ की अवाम की अक्सरियती अवाम की आवाज़ है अब उस वक्त भी, और इसमें बड़े अच्छे अच्छे लीडर हैं। तो ये एक तहरीक चलाने से पहले तो बहुत कुछ सोचना पड़ता है, हमें एक ब्रॉड बेस लेना पड़ता है। हमारे दोस्त हों, मुखालफत वालों की भी तादाद कम से कम न्यूट्रलाइज करना पड़ता है। कोशिश करो कि भाई मुखालफत ना हो, दोस्त ज़्यादा अगर से ज़्यादा। दोस्त ना हो तो मुखालफ भी ना हो तो तहरीकें बढ़ती हैं। सराबा साहब, आप एक उन खुशकिस्मत लोगों में से हैं जिनकी शिव कुमार बटालवी से मुलाकात हुई। मेरे हीरो हैं। मैं उनकी जब नज़में नुसरत फ़तेह अली खान की तरफ से हूँ, शौकत अली सुनाए या कोई भी सुनाए, तो कोई शिव कुमार बटालवी का वाक़या भी सुनाए और उनकी कोई नज़म भी सुनाए। जी, नज़म भी सुनाता। नज़म से पहले जो है ये कि शिव कुमार बटालवी 60 के आखिर में 65-66 में ये 62-63 में आए थे स्कॉटलैंड में। सोन सिंह कोहली उस वक्त थे, वो उनसे मेरी दोस्ती थी, जान पहचान हुई मिर्ज़ा मोहम्मद इब्राहिम के हवाले से हो गई, क्योंकि अच्छा। मिर्ज़ा इब्राहिम साहब उस वक्त मुतहदा हिंदुस्तान में रेलवे के यूनियंस के बड़े लीडर थे, ये ऑफिस में कोई सेक्रेटरी थे, तो बहुत अकीदत से उनका जिक्र करते थे मिर्ज़ा इब्राहिम का, फ़ख्र महसूस करते थे कि मैं उनके साथ कि काम मुझे उनके साथ काम करने का मौका मिला। जब मैंने बताया कि मुझे भी ये मौका मिला है कि मैं उनके साथ काम कर सकूं या उनकी खिदमत कर सकूं, तो ये हर साल जाते थे, हर दूसरे तीसरे चौथे साल पाकिस्तान ज़रूर जाते थे। इन्होंने सबसे बड़ा कोहली साहब की यानी ये अपने सोन सिंह नहीं, शिव कुमार की हाँ, शिव कुमार बटालवी उसके घर में मेहमान थे स्कॉटलैंड में। अच्छा, मैं उनके घर गया, मखसूस दोस्त थे, तो कहने लगा भी आ जाओ, तुम्हें भी पंजाबी शायरी से अदब से तल्लुक़ है, आज शिव कुमार बटालवी आए हैं। मैंने शिव कुमार बटालवी की ये नज़म कि पुछ दे हाल फकीरां दा, नदियों विछड़े नीरां दा, ये सुन रखी सी ते गए। खूबसूरत जवान सी महफिल जमी, ज़्यादा लोग नहीं से, ज़्यादा लोग नहीं सी, लेकिन बहुत अच्छा लग्या। बड़ी पुरतकल्फी नाल उत्थे बीयर शीर भी पीती, शामे गरीबा और वो सुनिया भी वो सोन सिंह कोहली की वजह ना। सोन सिंह कोहली का बड़ा कंट्रीब्यूशन है कि उन्होंने स्काटलैंड च लड़कियां, स्कॉटिश लड़कियां तैयार कीतियां ਜਿਹੜੀਆਂ पंजाबी च ड्रामा करदियां सी, पंजाबी ਜ਼ਬਾਨ बोलदियां सी ते पंजाबी दे जिन्ने अपने हिंदुस्तान दे जिन्ने साज है, अच्छा, ये बकायदा सिੱਖੇ ਸੀ। ਭੰਗੜਾ ਪਾਉਂਦੀਆਂ ਸੀ, ਪੰਜਾਬੀ ਦੀ ਜ਼ੁਬਾਨ ਪੰਜਾਬੀ ਚ ਜੇ ਗਾਣਾ ਉਹ ਗਾਉਂਦੇ ਸੀ। ਉਹਦਾ ਟੂਰ ਕਰਦਾ ਸੀ ਇਹ, ਪਾਕਿਸਤਾਨ ਵੀ ਗਿਆ ਤੇ ਮਿਰਜ਼ਾ ਸਾਹਿਬ ਨੂੰ ਅਕੀਦਤ ਨਾਲ ਜਾ ਕੇ ਮਿਲਦਾ ਸੀ। ਤੇ ਇਹ ਸੀ ਜੀ शिव कुमार बटालवी शिव कुमार ਦੀ ਕੋਈ ਨਜ਼ਮ ਸੁਣਾ ਦੀ, शिव कुमार ਹਾਂਜੀ ਬਟਾਲਵੀ ਦੀ ਇੱਕ ਗੀਤ ਜਿਹੜਾ ਉਹ ਮੈਂ ਸੁਣਾਣਾ। ਅੱਛਾ, ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਸਾਡੇ ਨदियों ਵਿਛੜੇ ਨੀਰਾਂ ਦਾ, ਵਾਹ ਵਾਹ, ਸਾਡੇ ਹਿੰਜੂ ਦੀ ਜੂ ਤੇ ਆਇਆਂ ਦਾ, ਤੇ ਸਾਡੇ ਦਿਲ ਜਲਿਆਂ ਤੇ ਦਿਲਗੀਰਾਂ ਦਾ, ਕੀ ਪੁੱਛਦੇ ਹੋ ਹਾਲ ਫਕੀਰਾਂ ਦਾ। ਇਹ ਜਾਂਦੀਆਂ ਕੁਝ ਸ਼ੌਖ ਨੇ, ਰੰਗਾਂ ਦਾ ਹੀ ਨਾ ਤਸਵੀਰਾਂ ਹੈ, ਰੰਗਾਂ ਦਾ ਹੀ ਨਾ ਤਸਵੀਰਾਂ ਹੈ। ਜਦ ਹਟ ਗਏ ਅਸੀਂ ਇਸ਼ਕੇ ਦੀ, ਜਦ ਹਟ ਗਏ ਅਸੀਂ ਇਸ਼ਕੇ ਦੀ, ਮੁੱਲ ਕਰ ਬੈਠੇ ਤਸਵੀਰਾਂ ਦਾ, ਤੇ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ। ਸਾਨੂੰ ਲੱਖਾਂ ਦਾ ਤਨ ਲੱਭ ਗਿਆ, ਪਰ ਇੱਕ ਦਾ ਮਨ ਵੀ ਨਾ ਮਿਲਿਆ,
ਆਹਾ ਵਾਹ ਵਾਹ ਅਰਸ਼ਾਦ। ਸਾਨੂੰ ਲੱਖਾਂ ਦਾ ਤਨ ਲੱਭ ਗਿਆ, ਪਰ ਇੱਕ ਦਾ ਮਨ ਵੀ ਨਾ ਨਾ ਮਿਲਿਆ, ਮਿਲਿਆ। ਪਰ ਇੱਕ ਦਾ ਮਨ ਵੀ ਨਾ ਮਿਲਿਆ। ਕਿਆ ਲਿਖਿਆ ਕਿਸੇ ਮੁਕੱਦਰ ਸੀ, ਹੱਥਾਂ ਦੀਆਂ ਚਾਰ ਲਕੀਰਾਂ ਲਕੀਰਾਂ ਦਾ, ਦਾ ਤੇ ਕੀ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ। ਤਕਦੀਰ ਤਾਂ ਆਪਣੀ ਸੌਕਣ ਸੀ, ਤਦਵੀਰਾਂ ਸਾਤੋਂ ਨਾ ਹੋਈਆਂ, ਤੇ ਨਾ ਝੰਗ ਛੁੱਟਿਆ ਨਾ ਕੰਨ ਪਾਟੇ, ਝੁੰਡ ਲੰਘ ਗਿਆ ਇੰਜ ਹੀਰਾਂ ਹੀਰਾਂ ਦਾ, ਦਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ। ਮੇਰੇ ਗੀਤ ਲੋਕ ਸੁਣੀਂਦੇ ਨੇ, ਨਾਲੇ ਕਾਫਰ ਆਖ ਦਿੰਦੇ ਨੇ, ਮੈਂ ਦਰਦ ਨੂੰ ਕਾਬਾ ਕਹਿ ਬੈਠਾ, ਰੱਬ ਨਾ ਰੱਖ ਬੈਠਾ ਪੀੜਾਂ ਦਾ। ਆਹਾ ਅਰਸ਼ਾਦ ਜੀ, ਅਰਸ਼ਾਦ ਦੁਬਾਰਾ दुबारा ਦੁਹਰਾਓ। मुश्ताक साहब लशारी साहब कि क्या बात है जी। मैं दर्द नू काबा कह बैठा, बैठा। मैं दर्द नू काबा कह बैठा, रब ना रख बैठा ਪੀੜਾਂ पीड़ां ਦਾ दा। ਕੀ ਪੁੱਛਦੇ ਹੋ ਹਾਲ ਫਕੀਰਾਂ ਦਾ। मैं दानश्वरां सुदेंदा सां, कई वारी ਉੱਚੀ ਬੋਲ ਪਿਆ, ਕੁਝ ਮਾਣ ਸੀ ਸਾਡੇ ਇਸ਼ਕ ਦਾ, ਕੁਝ ਮਾਣ ਸੀ ਸਾਨੂੰ ਇਸ਼ਕੇ ਦਾ, ਕੁਛ ਦਾਵਾ ਸੀ ਪੀੜਾਂ ਦਾ। ਆਹਾ ਕੁਝ ਮਾਣ ਸੀ ਸਾਨੂੰ ਇਸ਼ਕੇ ਦਾ, ਕੁਝ ਕੁਝ ਮਾਣ ਦਾਵਾ ਸੀ ਪੀੜਾਂ ਪੀੜਾਂ ਦਾ। ਦਾ। ਤੂੰ ਖੁਦ ਨੂੰ ਆਕਲ ਕਹਿੰਦਾ ਹੈ, ਮੈਂ ਖੁਦ ਨੂੰ ਆਸ਼ਿਕ ਦੱਸਦਾ ਹਾਂ, ਇਹ ਲੋਕਾਂ ਤੇ ਛੱਡ ਦਈਏ, ਕਿਹਨੂੰ ਮਾਣ ਨਹੀਂ ਦਿੰਦੇ ਪੀਰਾਂ ਦਾ, ਆਹਾ ਕਿਹਨੂੰ ਮਾਣ ਨਹੀਂ ਦਿੰਦੇ ਦਿੰਦੇ ਪੀਰਾਂ। ਪੀਰਾਂ ਦਾ। ਤੂੰ ਦਾਨਿਸ਼ਵਰ ਹਾਂ ਜੀ ਜੀ, ਤੂੰ ਖੁਦ ਨੂੰ ਆਕਲ ਕਹਿੰਦਾ ਹੈ, ਆਕਲ ਕਹਿੰਦਾ। ਆਕਲ ਕਹਿੰਦਾ ਹੈ, ਮੈਂ ਖੁਦ ਨੂੰ ਆਸ਼ਿਕ ਦੱਸਦਾ ਹਾਂ, ਮੈਂ ਖੁਦ ਨੂੰ ਆਸ਼ਿਕ ਦੱਸਦਾ ਹਾਂ, ਤੇ ਇਹ ਲੋਕਾਂ ਤੇ ਛੱਡ ਦਈਏ, ਇਹ ਲੋਕਾਂ ਤੇ ਛੱਡ ਦਈਏ, ਕਿਹਨੂੰ ਮਾਣ ਨਹੀਂ ਦਿੰਦੇ ਪੀਰਾਂ ਪੀਰਾਂ ਦਾ। ਦਾ, ਪੀਰਾਂ ਦਾ ਕਿਹਨੂੰ ਮੰਨਦੇ ਨੇ ਪੀਰ। ਤੂੰ ਆਕਲ ਹੈ, ਮੈਂ ਆਸ਼ਿਕ ਹਾਂ, ਵਾਹ ਤੇ ਇਹ ਲੋਕਾਂ ਨੂੰ ਦੱਸਣ ਦਈਏ ਕਿ ਉਹ ਕਿਹਨੂੰ ਪੀਰ ਮੰਨਦੇ ਨੇ। ਤੇ ਹੁਣ ਜਨਾਬ ਕੁਝ ਆਪਣੇ ਸ਼ੇਰ ਵੀ ਸੁਣਾ ਦੇ ਸਾਨੂੰ। ਸ਼ਾਇਰੀ ਹਾਂ ਜੀ, ਕੁਛ ਅਰਜ਼ ਕਰ ਦਿੰਨੇ ਆ ਅਰਸ਼ਾਦ। ਤੇ ਉਹ ਮੈਂ ਸ਼ਾਇਰਾਂ ਚ ਤੇ ਨਹੀਂ, ਸ਼ਾਇਰੀ ਸੁਣਨ ਦਾ ਸ਼ੌਕ ਹੈ, ਕੁਝ ਲਿਖ ਲੈਣਾ, ਕੁਝ ਦਿਲ ਦੀ ਭੜਾਸ। ਉਹ ਜੀ ਜਨਾਬ 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 ਅਰਸ਼ਾਦ। ਹੋਰ ਇਹੀ ਕੋਈ ਗੱਲ ਨਹੀਂ। ਤੇ ਜਨਾਬ ਅਰਸ਼ਾਦ। ਮੈਂ ਜ਼ਰਾ ਥੋੜਾ ਥੋੜਾ ਜੀ ਇੱਕ ਉਹ जी आ बसा है कोई ख्यालों में, आ बसा है कोई ख्यालों ख्यालों में, में। ये परसों चौथे जी। सांस बंद है जिंदानों में, हम्म, नाम पर जिसके रुक जाते हैं, नाम पर जिसके रुक जाते हैं, काफिले हसीनों के जमीन व आसमानों में, आहा, काफिले हसीनों के ज़मीन व आसमानों में। और शम्मा जलती रही तमाम शब, शम्मा जलती रही तमाम शब, किस कदर जलन थी परवानों में, किस कदर जलन थी परवानों में, यानी परवाने जलते रहे। कोहो दरिया झूम उठे वाइजो, कोहो दरिया झूम उठे वाइजो, करिश्मा ऐसा दिखाओ भी अपने बयानों में, आहा, करिश्मा ऐसा दिखाओ कोहो अपने। कोहो दरिया झूम उठे वाइजो, करिश्मा ऐसा दिखाओ बयानों में। और रात में गुनाह छुप जाते हैं, रात में गुनाह छुप जाते हैं, नजर आते हैं जो दिन के उजालों में, आहा, आहा, नजर आते हैं जो दिन के उजालों में। ऐ शेर जरा का तवज्जो दे काबिल है कि कदरे ज़र खा गई मेहनत के समर सारे, कदरे जर, कदरे ज़र खा गई मेहनत के समर सारे। बड़ी गरीबी तो बरकतें बड़ी खजानों में, बड़ी गरीबी तो बरकतें बड़ी खजानों में। आहा, आहा, कदरे ज़र खा गई मेहनत के समर सारे, और बड़ी गरीबी तो बरकतें बड़ी खजानों में।
और भटक रहा है मुस्लिम रेगजारों में और कुरान को छुपाकर जुज़दानों में। मुझे एक खुदा की फिर तलाश है, मुझे एक खुदा की फिर तलाश है जो पैदा कर सके उखवत इंसानों में, जो पैदा कर सके वाह वाह उखवत वाह वाह इंसानों में। जी जी ਇਹ ਪਰਸੋਂ ਚੌਥੇ ਸੀ ਜੀ, ਬਸ ਫਿਰ ਉਹ ਹੁਣ ਕੁਝ ਹੋਰ ਦੇਖ ਲੈਂਦੇ ਨੇ। ਇਰਸ਼ਾਦ ਹਾਂਜੀ, ਇਹ ਹੜ੍ਹ ਆਇਆ ਨਾ ਜੀ ਆਪਣੇ ਸੈਲਾਬ ਮੁਸ਼ਤਾਕ ਸਾਹਿਬ ਪਾਕਿਸਤਾਨ ਦੇ, ਉਹਦੇ ਤੇ ਦੋ ਚਾਰ ਸ਼ੇਰ ਲਿਖੇ ਨੇ। ਸਲਾਮ ਸੈਲਾਬ ਹੜ੍ਹ ਮੈਂ ਲਿਖਿਆ ਪੰਜਾਬੀ ਚ ਪੰਜਾਬੀ ਚ ਅੱਛਾ ਆਇਆ, ਪੰਜਾਬੀ ਚ ਆਇਆ। ਇਰਸ਼ਾਦ ਹੜ੍ਹ ਆਇਆ ਨਾ ਜੀ। ਬੰਨ ਤੋੜੇ ਨੇ ਵੱਡਿਆਂ ਲੋਕਾਂ ਨੇ, ਬੰਨ ਤੋੜੇ ਨੇ ਵੱਡਿਆਂ ਲੋਕਾਂ ਨੇ, ਪੱਤ ਡੂੰਘੇ ਨਾ ਕੀਤੇ ਦਰਿਆਵਾਂ ਦੇ, ਆਹ ਪੱਤ ਡੂੰਘੇ ਨਾ ਕੀਤੇ ਦਰਿਆਵਾਂ ਦੇ, ਬੰਨੇ ਟੁੱਟੇ ਰਾਵੀ ਸਿੰਧ ਚਨਾਵਾਂ ਦੇ, ਬੰਨੇ ਟੁੱਟੇ ਰਾਵੀ ਸਿੰਧ ਚਨਾਵਾਂ ਦੇ, ਤੇ ਇੱਜੜ ਰੁੜ ਗਏ ਭੇਡ ਬੱਕਰੀਆਂ ਤੇ ਗਾਵਾਂ ਦੇ, ਤੇ ਸਿਰ ਤੇ ਬਾਹਾਂ ਰੱਖੀਆਂ ਉਜੜੇ ਬਲੋਚਾਂ ਨੇ, ਸਿਰ ਤੇ ਬਾਹਾਂ ਰੱਖੀਆਂ ਉਜੜੇ ਬਲੋਚਾਂ ਨੇ, ਕੱਖ ਨਹੀਂ ਬਚਿਆ ਕੱਖ ਵੀ ਵਹਿ ਗਏ, ਕੱਖ ਨਹੀਂ ਬਚਿਆ ਕੱਖ ਵੀ ਵਹਿ ਗਏ, ਡੁੱਬੀਆਂ ਸੋਚਾਂ ਨੇ, ਡੁੱਬੀਆਂ ਸੋਚਾਂ ਨੇ, ਤੇ ਲੋਕੀ ਭੁਗਤਣ ਨਵੇਂ ਅਜ਼ਾਬਾਂ ਨੂੰ, ਬੰਨ ਲਾਉਂਦੇ ਨਹੀਂ, ਬੰਨ ਲਾਉਂਦੇ ਨਹੀਂ ਸੈਲਾਬਾਂ ਨੂੰ, ਤੇ ਅਸਾਂ ਰੁੜ ਗਏ ਉਹ ਬਚ ਗਏ, ਅਸਾਂ ਰੁੜ ਗਏ ਉਹ ਬਚ ਗਏ। ਇਹ ਪੁੱਛੋ ਲੁੱਚੇ ਹਾਕਮ ਨਵਾਬਾਂ ਨੂੰ, ਇਹ ਪੁੱਛੋ ਲੁੱਚੇ ਹਾਕਮ ਨਵਾਬਾਂ ਨੂੰ, ਤੇ ਭੁੱਖਾਂ ਦੇ ਦਰਿਆ ਵਗਦੇ ਨੇ, ਦਾਤਾ ਦੀ ਨਗਰੀ ਮੇਲੇ ਲੱਗਦੇ ਨੇ, ਤੇ ਲੇਖਾਂ ਦੇ ਹੜ੍ਹ ਵਿੱਚ ਡੁੱਬੇ ਤਰਦੇ ਨਹੀਂ, ਲੇਖਾਂ ਦੇ ਹੜ੍ਹ ਵਿੱਚ ਡੁੱਬੇ ਤਰਦੇ ਨਹੀਂ, ਮੁਕੱਦਰਾਂ ਦੇ ਮਾਰੇ ਜਿਉਂਦੇ ਨਾ ਮਰਦੇ ਨਹੀਂ, ਤੇ ਸਿਆਸਤਦਾਨਾਂ ਨੂੰ ਕੀ ਕਹਿਣਾ ਕਲੰਦਰ ਕੋਲੋਂ ਪੁੱਛੋ, ਸਿਆਸਤਦਾਨਾਂ ਨੂੰ ਕੀ ਕਹਿਣਾ ਕਲੰਦਰ ਕੋਲੋਂ ਪੁੱਛ ਲੈਣਾ, ਇਸਲਾਮ ਦੇ ਰਹਿਬਰ ਮੈਨੂੰ ਅਮਰੀਕੀ ਚੇਲੇ ਲੱਗਦੇ ਨੇ, ਇਸਲਾਮ ਦੇ ਰਹਿਬਰ ਮੈਨੂੰ ਅਮਰੀਕੀ ਚੇਲੇ ਲੱਗਦੇ ਨੇ। ਇਹ ਜਿਹੜੀ ਜੀ ਤਹਿਰੀਕ ਚੱਲ ਰਹੀ ਸੀ ਉਹਦੇ ਵੱਲ ਇਸ਼ਾਰਾ। ਤੇ ਹੁਕਮਰਾਨਾਂ ਦੀ ਮੱਤ ਮਾਰੀ ਗਈ ਏ, ਇਹਨਾਂ ਦੀ ਦੁਸ਼ਮਣ ਨਾਲ ਯਾਰੀ ਹੋ ਗਈ ਏ, ਆਪਣੇ ਹੱਥਾਂ ਦੀਆਂ ਲਕੀਰਾਂ ਆਪੇ ਲਿਖੋ, ਹਯਾਤੀ ਦੀ ਕਸ਼ਤੀ ਦੇ ਚੱਪੂ ਆਪਣੇ ਹੱਥ ਵਿੱਚ ਰੱਖੋ, ਸਿਆਣਿਆਂ ਆਖਿਆ ਪਿੱਛੇ ਨਹੀਂ ਅੱਗੇ ਵੇਖੋ, ਸਿਆਣਿਆਂ ਆਖਿਆ ਪਿੱਛੇ ਨਹੀਂ ਅੱਗੇ ਵੇਖੋ, ਤੂਫਾਨ ਤੋਂ ਪਹਿਲਾਂ ਸਾਹਿਲ ਵੱਲ ਵੇਖੋ, ਸਾਹਿਲ ਵੱਲ ਵੇਖੋ। ਇਹ ਵੀ ਜੀ ਪਿਛਲੇ ਹਫਤੇ ਬਹੁਤ ਸਲਾਬ ਤੇ ਲਿਖੀ ਹੈ ਤੁਸੀਂ। ਇਹ ਸਲਾਬ ਤੇ ਸੀ। ਤੇ ਇਹ ਹੁਣ ਜਿਹੜਾ ਸਿਆਸੀ ਮੰਜ਼ਰ ਸੀ ਜੀ, ਅੱਛਾ ਦੋ ਮਹੀਨੇ ਤੋਂ ਚੱਲਿਆ, ਧਰਨਿਆਂ ਦਾ, ਸਿਆਸੀ ਬੁਹਰਾਨ ਦਾ, ਇਹ ਮੁਆਸ਼ੀ ਕ੍ਰਾਈਸਿਸ ਦਾ, ਤੇ ਇਕਤਦਾਰ ਤੇ ਜਿਹੜੀਆਂ ਸਾਰੀ ਤਬਕਾਤ ਤੇ ਸਿਆਸੀ ਜਮਾਤਾਂ ਆਪਸ ਵਿੱਚ ਹੀ ਦੰਗਾ ਮੁਸ਼ਤੀ ਕਰ ਰਹੀਆਂ, ਲੋਕਾਂ ਨੂੰ ਆਵਾਮ ਨੂੰ ਬੇਵਕੂਫ ਬਣਾ ਰਹੀਆਂ, ਉਹਨਾਂ ਦਾ ਨਕਸ਼ਾ ਖਿੱਚਿਆ। ਔਰ ਲਫ਼ਜ਼ ਪਤਾ ਨਹੀਂ ਤੇ ਚੰਗੇ ਨਹੀਂ, ਲੇਕਿਨ ਸ਼ਾਇਦ ਅਦਬ ਤੋਂ ਹਟਕੇ ਹੋਣ, ਲੇਕਿਨ ਗੱਲ ਇਹ ਆ ਕਿ ਜੀ ਪੀ ਮੁੱਕ ਮਕਾ ਨੂਨ ਨਾਲ ਕਰਦੀ, ਪੀ ਮੁੱਕ ਮਕਾ ਨੂਨ ਨਾਲ ਕਰਦੀ, ਤੇ MQM ਪੱਤੇ ਖੋਰਾਂ ਨਾਲ ਗੁਜ਼ਾਰਾ ਕਰਦੀ। ਵਾਹ। ਤਹਿਰੀਕ ਇਨਸਾਫ ਦਾ ਕੀ ਹੈ ਜੀ, ਉਹ PTI ਪੜਾਕੂ ਕੁੜੀਆਂ ਮੁੰਡਿਆਂ ਨਾਲ ਖਲੋਤਾ। ਇਮਰਾਨ ਖਾਨ ਕੱਟ ਕੇ ਜੀ ਮੈਂ ਨਾ PTI ਦੀ ਗੱਲ ਉਹ ਕਰਤੀ।
ਕਿ ਪੜਾਕੂ ਕੁੜੀਆਂ ਮੁੰਡਿਆਂ ਨਾਲ ਖਲੋਤਾ ਤੇ ਤਾਹਰ ਕਾਦਰੀ ਸਾਥ ਮੁਰੀਦਾਂ ਅਨੋਖਾ ਸਮਝੌਤਾ ਕੀਤਾ। ਤਾਹਰ ਕਾਦਰੀ ਸਾਥ ਮੁਰੀਦਾਂ ਅਨੋਖਾ ਸਮਝੌਤਾ ਕੀਤਾ ਤੇ ਮੁੱਲਾ ਫਜ਼ਲੂ ਨਾਲ ਧਿਆਨ ਮਜ਼ਹਬ ਦਾ ਤੀਰ ਚਲਾਵੇ। ਆਹ ਮੁੱਲਾ ਫਜ਼ਲੂ ਨਾਲ ਧਿਆਨ ਮਜ਼ਹਬ ਦਾ ਤੀਰ ਚਲਾਵੇ ਤੇ NAP ਪੁਰਖਾਂ ਦੇ ਨਾਂ ਤੇ ਦਾ ਲਾਵੇ। NAP ਅੱਛਾ NAP ਪੁਰਖਾਂ ਦੇ ਨਾਂ ਤੇ ਦਾ ਲਾਵੇ ਤੇ ਜਰਨੈਲ ਸ਼ਾਹੀ ਤਮਾਸ਼ਾ ਵੇਖੇ ਫਿਰ ਅਦਲੀਆ ਨੂੰ ਸਮਝਾਵੇ। ਜਰਨੈਲ ਸ਼ਾਹੀ ਤਮਾਸ਼ਾ ਦੇਖੇ ਫਿਰ ਅਦਲੀਆ ਨੂੰ ਸਮਝਾਵੇ। ਅਸਾਂ ਲੁੱਟਣ ਵਾਲੇ ਸਾਰੇ ਪਾਕਿਸਤਾਨ ਕਿੱਧਰ ਜਾਵੇ। ਆਹ ਅਸਾਂ ਲੁੱਟਣ ਵਾਲੇ ਸਾਰੇ ਪਾਕਿਸਤਾਨ ਕਿੱਧਰ ਜਾਵੇ। ਹੁਣ ਜੀ ਜਿਹੜਾ ਅਸਲੀ ਇਨਕਲਾਬੀ ਤਬਕਾ ਜਾਂ ਉਹ ਫੋਰਸਿਸ ਰੈਵੋਲੂਸ਼ਨਰੀ ਫੋਰਸਿਸ ਜਿਹੜੀਆਂ ਮੁਤਹਰਕ ਨਹੀਂ ਹੋਈਆਂ, ਜਿਨ੍ਹਾਂ ਨੂੰ ਇਹ ਮੁਤਹਰਕ ਕਰ ਨਹੀਂ ਸਕੇ, ਸਿਰਫ ਆਜ਼ਾਦ ਇਨਕਲਾਬ ਦੇ ਨਾਂ 'ਤੇ ਜਿਹੜਾ ਧੋਖਾ ਫਰੇਬ ਇੱਕ ਖੁਸ਼ਨੁਮਾ ਲਫ਼ਜ਼ ਇਹਨਾਂ ਨੇ ਦੋਨਾਂ ਨੇ ਕਰਕੇ ਮੈਨੂੰ ਤਾਂ ਇਹ ਲੱਗਦਾ ਕਿ ਆਉਣ ਵਾਲੀ ਆਜ਼ਾਦੀ ਦੇ ਨਾਂ 'ਤੇ ਜਾਂ ਇਨਕਲਾਬ ਦੇ ਨਾਂ 'ਤੇ ਅਗਰ ਉਹ ਫੋਰਸਿਸ ਜਿਹੜੀਆਂ ਵਾਕਈ ਤਬਦੀਲੀ ਚਾਹੁੰਦੀਆਂ ਮੁਲਕ ਦੇ ਹਾਲਾਤ ਦੇ, ਉਹਨਾਂ ਲਈ ਵੀ ਰਾਹ ਇਹਨਾਂ ਨੇ ਬੰਦ ਜੇ ਨਹੀਂ ਕੀਤਾ ਤਾਂ ਉਹਦੇ 'ਚ ਭੁਲੇਖਾ ਪਾਤਾ, ਹਾਂ ਕਨਫਿਊਜ਼ ਕਰ ਦਿੱਤਾ। ਕਨਫਿਊਜ਼ ਕਰ ਦਿੱਤਾ। ਇਹ ਆਪਦੇ ਕੋਈ ਹੋਰ ਨਾਂ ਦਿੰਦੇ ਆਜ਼ਾਦੀ ਇਨਕਲਾਬ ਦੇ ਇਸ ਮੁਕੱਦਸ ਲਫ਼ਜ਼ ਨੂੰ, ਇਹ ਸਾਇੰਟੀਫਿਕ ਮੁਸਲਮਾ ਥਿਊਰੀ ਨੂੰ, ਅਲਫਾਜ਼ ਨੂੰ ਇਹ ਹਜੇ ਪਾਸੇ ਹੀ ਐਕਸਪਲਾਇਟ ਨਾ ਕਰਦੇ ਤੇ ਚੰਗਾ ਰਹਿੰਦੇ। ਉਹਦੇ 'ਚ ਹੀ ਇਹ ਲਿਖਿਆ ਕਿ ਖੂੰਜੇ ਲੱਗੇ ਬੈਠੇ ਮਜ਼ਦੂਰ ਕਿਸਾਨ ਤੇ ਲੋਕੀ ਮਾੜੇ। ਖੂੰਜੇ ਲੱਗੇ ਬੈਠੇ ਖੂੰਜੇ ਲੱਗੇ ਬੈਠੇ ਮਜ਼ਦੂਰ ਕਿਸਾਨ ਤੇ ਲੋਕੀ ਮਾੜੇ ਤੇ ਚੁੱਪ ਦੀ ਬੂਟੀ ਪੀ ਕੇ ਲਖਾਰੀ ਸੁੱਤੇ ਸਾਰੇ ਤੇ ਉੱਠੋ ਬਾਬਾ ਬੋਲਿਆ ਫਿਰ ਅਦਲ ਦਾ ਝਾੜੂ। ਆਹ ਉੱਠ ਉਹ ਬਾਬਾ ਬੋਲਿਆ ਫੜ ਅਦਲ ਦਾ ਝਾੜੂ। ਫੜ ਅਦਲ ਦਾ ਝਾੜੂ ਤੇ ਸਫਾਇਆ ਕਰ ਮਿੱਲਾਂ ਮੁੱਲਾਂ ਦਾ ਪੀ ਕੇ ਕੁੱਟ ਦਾਰੂ। ਆਹ ਆਹ ਸਫਾਇਆ ਕਰ ਮਿੱਲਾਂ ਮੁੱਲਾਂ ਦਾ ਪੀ ਕੇ ਕੁੱਟ ਦਾਰੂ। ਤੇ ਇਹ ਜੀ ਇਹ ਐਨਾਲਿਸਿਸ ਸਾਰਾ ਉਹ ਕਰ ਦਿੱਤਾ ਇਸ ਕ੍ਰਾਈਸਿਸ ਦਾ। ਤੇ ਫਿਰ ਅੱਗੇ ਗੱਲ ਮਜ਼ਹਬ ਦੇ ਨਾਂ ਤੇ ਧੋਖਾ ਹੀ ਦਿੰਦੇ ਆ। ਤੇ ਉਹਦੇ ਤੇ 2-4 ਸ਼ੇਰ ਨੇ ਜੀ। ਦੋ ਤਕੱਦਸ ਰਿਹਾ ਨਾ ਰੋਜ਼ੇ ਨਮਾਜ਼ਾਂ ਦਾ, ਤਕੱਦਸ ਨਾ ਰਿਹਾ ਰੋਜ਼ੇ ਨਮਾਜ਼ਾਂ ਦਾ। ਮੌਲ ਵੀ ਕਰਦਾ ਜ਼ਿਕਰ ਸ਼ਰਾਬ ਕਬਾਬਾਂ ਦਾ, ਮੌਲ ਵੀ ਜ਼ਿਕਰ ਕਰਦਾ ਜ਼ਿਕਰ ਸ਼ਰਾਬ ਕਬਾਬਾਂ ਦਾ। ਤੇ ਆਪੇ ਆਪਣਾ ਰਸਤਾ ਲੱਭੋ, ਆਪੇ ਆਪਣਾ ਰਸਤਾ ਲੱਭੋ, ਇਸ ਨਿਜ਼ਾਮ ਦਾ ਕੰਡਾ ਕੱਢੋ। ਇਹ ਨਿਜ਼ਾਮ ਬਦਕਾਰਾਂ ਦਾ ਜ਼ਾਲਮ ਖੂੰਖਾਰਾਂ ਦਾ। ਆਪੇ ਆਪਣਾ ਰਸਤਾ ਲੱਭੋ, ਇਸ ਨਿਜ਼ਾਮ ਦਾ ਕੰਡਾ ਕੱਢੋ। ਇਹ ਨਿਜ਼ਾਮ ਬਦਕਾਰਾਂ ਦਾ ਜ਼ਾਲਮ ਖੂੰਖਾਰਾਂ ਦਾ। ਤੇ ਹਾਕਮਾਂ ਦੀ ਗਰਦਨ ਕੱਟੋ, ਜ਼ੋਰਦਾਰਾਂ ਦੀ ਸੰਗੀ ਕੁੱਟੋ। ਤੇ ਜਾਗੀਰ ਤੇ ਜ਼ਰ ਨੂੰ ਲੁੱਟ ਕੇ ਕਰਕੇ ਚਾਨਣ ਦੱਸੋ। ਜਾਗੀਰ ਤੇ ਜ਼ਰ ਨੂੰ ਲੁੱਟ ਕੇ ਕਰਕੇ ਚਾਨਣ ਦੱਸੋ। ਵਾਹ ਵਾਹ। ਇਹ ਤੇ ਜੀ ਬਸ ਇਸ ਕ੍ਰਾਈਸਿਸ 'ਚ ਕਈਆਂ ਹਫ਼ਤੇ ਤੋਂ ਬਾਅਦ ਨਾ ਪੜ੍ਹਨ ਨੂੰ ਜੀ ਕਰਦਾ ਸੀ। ਪਿੱਛੇ ਸਿਹਤ ਦੇ ਲਿਹਾਜ਼ ਨਾਲ ਤੁਸੀਂ ਦੱਸਿਆ, ਤੁਸੀਂ ਦੱਸੋ ਕਿ ਆਪਣੇ ਪੰਜਾਬੀ ਦੇ ਸ਼ਾਇਰ ਬਾਬਾ ਨਜ਼ਮੀ ਸਾਹਿਬ ਦੇ ਫੋਨ ਵੀ ਆਏ। ਅਸੀਂ ਵੀ ਕਰਦੇ ਹਾਂ ਗੱਲ। ਉਹਨਾਂ ਨੇ ਕਿਹਾ ਜੀ ਮੈਂ ਕਿਤਾਬ ਲਿਖਣੀ ਆ, ਕੁਝ ਲਿਖ ਦਿਓ ਦਿਬਾਚਾ ਜਾਂ ਕੁਛ ਜ਼ਿਕਰ ਜਾਂ ਕੁਛ ਜਿਹੜੀ ਹੈ ਇੱਥੇ ਰਹਿੰਦੇ ਗਏ ਦੋਸਤ ਗਏ ਉਹਨਾਂ ਦੀ ਫਿਕਰ ਸੋਚ ਵੀ ਸਾਰੇ ਦੋਸਤ ਜਾਣਦੇ ਆ। ਤੁਸੀਂ ਵੀ ਲਸ਼ਾਰੀ ਸਾਹਿਬ, ਤੁਹਾਡੇ ਨਾਲ ਤਾਂ ਪਹਿਲੀ ਦਫਾ ਹੀ ਮੁਲਾਕਾਤ ਤੁਹਾਡੀ ਵਿਸਾਤਤ ਨਾਲ ਹੋਈ ਸੀ। ਤੇ ਉਹ ਮੈਨੂੰ ਬਿਲਕੁਲ ਜ਼ਰਾ ਨਾ ਜ਼ਹਿਨੀ ਤੌਰ 'ਤੇ ਸਕੂਨ ਜਾਂ ਲਿਖਣ ਦੀ ਉਹ ਹਿੰਮਤ ਨਹੀਂ ਪਈ। ਤੇ ਫਿਰ ਅਚਾਨਕ ਕੁਝ ਕ੍ਰਾਈਸਿਸ ਆਏ, ਇਹ ਆਏ ਤੇ ਮੈਂ 2-3
ਦਿਨ ਚ ਦੀ ਨਜ਼ਮਾਂ ਇਹ ਟੁੱਟੀ ਚੱਲੇ। ਫੱਡੀ ਚੀਜ਼ ਜਿਹੜੀ ਲਿਖ ਦਿੱਤੀ, ਤੇ ਬਾਕੀ ਹੋਰ ਪਹਿਲੇ ਵੀ ਹੋਰ ਲਿਖੀਆਂ ਉਹ ਹੋਰ ਤਰ੍ਹਾਂ ਦਾ ਸੀ, ਤੁਸੀਂ ਸੁਣ ਚੁੱਕੇ ਹੋ। ਬਸ ਇਹ ਆ ਕਿ ਹੁਣ ਤੇ ਇਹੀ ਹੈ ਕਿ ਮੁਸ਼ਤਾਕ ਸਾਹਿਬ ਔਰ ਜੰਗ ਔਰ ਜੀਓ ਔਰ ਲਾਸ਼ਾਰੀ ਸਾਹਿਬ, ਤੁਸੀਂ ਅੱਜ ਦੀ ਸ਼ਾਮ ਇੱਥੇ ਆਏ ਔਰ ਨਵੀਂ ਸੋਚ, ਫਿਕਰ, ਇੱਕ ਇਰਾਦਾ, ਇੱਕ ਤਬਦੀਲੀ ਦੀ ਖਾਹਿਸ਼, ਇੱਕ ਉਮੀਦ ਤੁਹਾਡੀ ਵਜ੍ਹਾ ਨਾਲ ਪੈਦਾ ਹੋਈ। ਔਰ ਮੈਂ ਸਮਝਦਾ ਕਿ ਬਈ ਇਹ ਅਗਲੀ ਬਾਗਡੋਰ ਤੇ ਪਾਕਿਸਤਾਨ ਦੇ ਅੰਦਰ ਦਾਨਸ਼ਵਰ, ਤਾਲਿਬ ਇਲਮ, ਔਰਤਾਂ ਦੇ ਹਕੂਕ, ਬਾਏਂ ਬਾਜ਼ੂ ਦੇ ਪੁਰਾਣੇ ਲੋਕ ਸਿਰਫ ਹਦਾਇਤ ਗੱਲ ਕਰ ਦੱਸਣ ਨਵੀਂ ਜਨਰੇਸ਼ਨ ਨੂੰ, ਜਿਨ੍ਹਾਂ ਦੇ ਮਸਾਇਲ ਨੇ। ਕਮਿਊਨੀਕੇਸ਼ਨ ਬਹੁਤ ਵੱਡੀ ਸਨਅਤ ਹੈ, ਪੂਰੀ ਦੁਨੀਆ ਤੇ ਹਾਵੀ ਹੈ, ਔਰ ਇਸ 'ਚ ਬੜੇ ਸਿਆਣੇ, ਰੋਸ਼ਨ ਖਿਆਲ, ਤਜਜ਼ੀਆ ਕਰਨ ਵਾਲੇ ਲੋਕ ਸ਼ਾਮਲ ਨੇ। ਟੈਕਨੀਸ਼ੀਅਨ ਹੈ ਨੇ, ਲਿਖਣ ਵਾਲੇ ਹੈ ਨੇ, ਬਹੁਤ ਕੁਛ ਨੇ। ਉਹ ਪਾਕਿਸਤਾਨ ਦੇ ਕੋਨੇ-ਕੋਨੇ ਤੇ ਫੈਲੇ ਹੋਏ ਨੇ ਔਰ ਇਹ ਰੋਸ਼ਨੀ ਫੈਲਾ ਵੀ ਰਹੇ ਆ। ਤੇ ਮੇਰਾ ਇਹ ਖਿਆਲ ਆ ਕਿ ਅੱਗੇ ਇਹ ਹਰਾਵਲ ਦਸਤੇ ਦੇ ਨਾਲ ਸ਼ਾਮਲ ਹੋਣਗੇ, ਜਿਨ੍ਹਾਂ 'ਚ ਮੈਂ ਉਮੀਦ ਕਰਦਾ ਕਿ ਅੱਜ ਦੀ ਸ਼ਾਮ 'ਚ ਤੁਹਾਡੇ ਹਵਾਲੇ ਨਾਲ ਵੀ, ਆਪ ਦੇ ਹਵਾਲੇ ਨਾਲ ਵੀ, ਮੁਸ਼ਤਾਕ ਸਾਹਿਬ ਵੀ ਰਹਿਨੁਮਾਈ ਕਰਨ ਵਾਲਿਆਂ 'ਚੋਂ ਇੱਕ ਹੋਣਗੇ। ਇਨਸ਼ਾਅੱਲਾ, ਬਿਲਕੁਲ ਠੀਕ। ਸ਼ੁਕਰੀਆ। ਥੈਂਕ ਯੂ।